परम सत्कारयोग साध संगत जी, वाहिगुरु जी का खालसा, वाहिगुरु जी की फतेह। मैथों पहला मैंबर पार्लीमेंट्स ने तुहाडे सामने अपने विचार रखे। तुहाडे समागम का संबंध और उन्हां दा मजमून थोड़ी जही विथ उत्ते चलिया। ह्यूमन राइट्स की उलंघना हो रही है। मुख समस्या सिखां दी उस दिन तो आरंभ हुई जिस दिन एक ट्रीटी दे अधीन किसे धोखे का शिकार होके ये कौम अपनी सॉवरैनिटी नूं गुआ बैठी। और जिसने भी इसकी सॉवरैनिटी लिए यत्न किया, असां उसनूं समझण दा किसी भी छिन, किसी भी घड़ी, किसी भी दिन कोई यतन ना किया। जिस शहर विच तुसी आए तुहानूं सब कुछ मिलिया, पर इस शहर विचों जाण वालियां नूं जदों पंजाब गए, उन्हां ने तुहाडा अनुमान लगाया। इतिहासकार लिखते ने कि अंग्रेज ने एक खत लिखिया कि जितनी देर इन्हां सिख सरदारां दे सिर घोड़ियां दियां सुंबां हेठ रोले नहीं जांदे, अंग्रेज सरकार शक्तिशाली रूप विच हिंदुस्तान दी हुक्मरान नहीं बन सकदी। चमड़ी बदली, बोली बदली, सोच बदली। 1849 का समा जद 1946 विच बदलिया, उस समय फिर एक खत लिखिया गया। मिस्टर दास ने सरदार पटेल्स कॉरस्पोंडेंस विच लिखिया है कि जेड़े लोकां नूं तुसीं वाघे दियां हद्दां टपा के लिआए हो, ये जुराइम पेशा लोक ने। एक गल 1849 विच हुई ते दूसरी 1946 विच हुई। सोच नहीं बदली, चमड़ी बदली। पर एक गल सिखां नूं लैके बैठ गई कि सिखां ने अपनी सोच विचों दूषणबाजी नूं कढण दा कदी यतन ना कीता अते अपने कीते गए गलत निर्णयां नूं कदी समझण ते विचारन लई समा ना कढिया। एक बीबी ने नज़म पढ़ी, उन्हें जिक्र किया तुहाडे इतिहास दा। शाह आलम सानी दे समय सिखां ने दिल्ली उत्ते कब्जा किया। सिख सरदारां विच इसे तरह विचारां दा मतभेद रहा जिस तरह तुहानूं आम देश ते देश तो बाहर नजर आउंदा है। समस्या यह सी कि शाह आलम सानी नूं हराउण तो पिछों हिंदुस्तान दे उस थड़े उत्ते जिथे कदे तख्ते ताऊस पिया सी, उस उत्ते मुख रूप विच जथेदार बन के कौन बैठे। जद लड़ाई नूं छुपा लिता गया, जथेदारां ने दरबारे खास विच एक समागम करके निर्णय लिया
कि ਅਸੀਂ ਤਾਂ ਕੇਵਲ ਗੁਰਧਾਮਾਂ ਦੀ ਸੇਵਾ ਕਰਨ ਲਈ ਦਿੱਲੀ ਆਏ ਸਾਂ, ਇਸ ਲਈ ਵਾਪਸ ਅੰਮ੍ਰਿਤਸਰ ਨੂੰ ਪਰਤ ਰਹੇ ਹਾਂ। ਇਹ ਉਹਨਾਂ ਦਾ ਇੱਕ ਗਲਤ ਰਾਜਨੀਤਿਕ ਫੈਸਲਾ ਸੀ। ਇਤਿਹਾਸਕਾਰ ਲਿਖਦੇ ਨੇ ਕਿ ਦਿੱਲੀ ਨੂੰ ਲੁੱਟਣ ਵਾਲਿਆਂ ਵਿੱਚ ਸਾਡਾ ਵੀ ਜ਼ਿਕਰ ਬੜੀ ਵਾਰ ਆਉਂਦਾ ਹੈ ਕਿ ਅਸੀਂ ਬੜੀ ਵਾਰ ਦਿੱਲੀ ਲੁੱਟੀ, ਪਰ ਜਦ ਦਿੱਲੀ ਉੱਤੇ ਕਬਜ਼ਾ ਹੋਇਆ, ਹਰੀ ਰਾਮ ਗੁਪਤਾ ਲਿਖਦਾ ਹੈ ਕਿ ਜੇ ਵਿਜ਼ਨ ਤੇ ਵਿਜ਼ਡਮ ਸਿੱਖਾਂ ਵਿੱਚ ਹੁੰਦੀ ਤਾਂ ਸਿੱਖ ਸਾਰੀ ਏਸ਼ੀਆ ਦੇ ਹੁਕਮਰਾਨ ਬਣਦੇ, ਪਰ ਦੂਸ਼ਣਬਾਜ਼ੀ ਦੇ ਸੁਭਾਅ ਨੇ ਸਿੱਖਾਂ ਨੂੰ 150 ਸਾਲ ਤੋਂ ਲਗਾਤਾਰ ਉਸੇ ਸਮੱਸਿਆ ਵਿੱਚ ਘੇਰੀ ਰੱਖਿਆ, ਜਿਹੜੀ ਸਮੱਸਿਆ ਦੇ ਸੰਬੰਧ ਵਿੱਚ ਤੁਸੀਂ ਆਪਣੇ ਮਨ ਦੀ ਸੰਤੁਸ਼ਟਤਾ ਲਈ ਕਦੇ ਕਿਸੇ ਦੇਸ਼ ਵਿੱਚ ਇਕੱਠ ਕਰਦੇ ਹੋ ਤੇ ਕਦੇ ਕਿਸੇ ਹੋਰ ਦੇਸ਼ ਵਿੱਚ ਜਾ ਬੈਠਦੇ ਹੋ। ਕੌਮਾਂ ਦੀ ਸੋਚ ਵਿੱਚ ਅੰਤਰ ਦਾ ਅਨੁਮਾਨ ਲਾਓ ਕਿ ਜਦ ਤੁਸੀਂ ਦੇਸ਼ ਛੱਡਿਆ, ਤੁਹਾਡਾ ਨਿਰਣਾ ਸੀ ਕਿ ਦੇਸ਼ ਤੋਂ ਬਾਹਰ ਜਾਈਏ, ਤਨ ਦੇ ਭੰਡਾਰਾਂ ਦੇ ਮਾਲਕ ਬਣ ਜਾਈਏ। ਸਤਿਗੁਰੂ ਨੇ ਤੁਹਾਡੀ ਗੱਲ ਸੁਣੀ ਔਰ ਤੁਸੀਂ ਬੇਪਨਾਹ ਅਮੀਰ ਬਣੇ ਇਸ ਦੇਸ਼ ਵਿੱਚ ਆ ਕੇ, ਪਰ ਆਪਣੇ ਤੇ ਉਸ ਦੇਸ਼ ਦੇ ਲੋਕਾਂ ਦੇ ਸੁਭਾਅ ਵਿੱਚ ਚਲੇ ਆ ਰਹੇ ਫਰਕ ਨੂੰ ਸਮਝਣ ਦਾ ਯਤਨ ਕਰੋ ਕਿ ਜਦ ਇਹ ਲੋਕ ਇਸ ਦੇਸ਼ ਵਿੱਚੋਂ ਸਮੁੰਦਰ ਵਿੱਚ ਠੇਲ ਕੇ ਆਪਣੀਆਂ ਬੇੜਿਆਂ ਨੂੰ ਹਿੰਦੁਸਤਾਨ ਵੱਲ ਗਏ, ਉੱਥੇ ਹਕੀਮ ਬਣ ਕੇ ਗਏ ਪਰ ਹੁਕਮਰਾਨ ਬਣ ਕੇ ਪਰਤੇ। ਇਹ ਅੰਤਰ ਸੀ ਤੁਹਾਡਾ ਤੇ ਇਸ ਦੇਸ਼ ਦੇ ਲੋਕਾਂ ਦਾ ਕਿ ਕਿਸ ਕਿਸਮ ਦੇ ਨਿਰਣੇ ਲੈ ਕੇ ਕੋਈ ਕੌਮ ਕਿਸੇ ਦੇਸ਼ ਉੱਤੇ ਹੁਕਮਰਾਨ ਬਣਦੀ ਹੈ। ਖਾਲਿਸਤਾਨ ਦੀ ਲੜਾਈ, ਸੋਵਰੇਨਿਟੀ ਦੀ ਲੜਾਈ, ਮੁਕੰਮਲ ਆਜ਼ਾਦੀ ਦੀ ਲੜਾਈ, ਵੱਖਰੇ ਘਰ ਦੀ ਲੜਾਈ, ਜੇ ਤੁਸੀਂ ਇਹ ਸਮਝਦੇ ਹੋ ਕਿ ਤੁਸੀਂ 10, 15 ਜਾਂ 20 ਸਾਲ ਪਹਿਲਾਂ ਆਰੰਭ ਕੀਤੀ ਤਾਂ ਇਹ ਤੁਹਾਡੇ ਸਾਰਿਆਂ ਦੀ ਇੱਕ ਬਹੁਤ ਵੱਡੀ ਇਤਿਹਾਸਕ ਭੁੱਲ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਮਤਾ ਨੰਬਰ 18 ਦੇ ਅਧੀਨ ਇੱਕ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਹੋਇਆ ਕਿ ਸਿੱਖ ਅੰਗਰੇਜ਼ ਪਾਸੋਂ ਮੁਕੰਮਲ ਸੁਤੰਤਰਤਾ ਚਾਹੁੰਦੇ ਨੇ ਤੇ ਦੇਸ਼ ਮੰਗਦੇ ਨੇ। ਜੇ ਹਿੰਦੁਸਤਾਨ ਦੀ ਭਾਰੀ ਬਹੁਗਿਣਤੀ ਨੂੰ ਹਿੰਦੁਸਤਾਨ ਮਿਲਦਾ ਹੈ ਤੇ ਕਈ 100 ਸਾਲ ਰਾਜ ਕਰਨ ਵਾਲੇ ਇਸਲਾਮ ਦੇ ਆਸ਼ਕਾਂ ਨੂੰ ਪਾਕਿਸਤਾਨ ਮਿਲਦਾ ਹੈ ਤੇ ਉਹਨਾਂ ਪੱਗਾਂ ਵਾਲਿਆਂ ਨੂੰ ਉਹ ਕੁਝ ਜ਼ਰੂਰ ਮਿਲਣਾ ਚਾਹੁੰਦਾ ਹੈ, ਉਹ ਕੁਝ ਜ਼ਰੂਰ ਮਿਲ ਜਾਣਾ ਚਾਹੀਦਾ ਹੈ ਜਿਸ ਨੂੰ ਦੇਸ਼ ਛੱਡ ਕੇ ਜਾਣ ਵਾਲੇ ਅੰਗਰੇਜ਼ ਨੇ 1849 ਵਿੱਚ ਹਥਿਆ ਲਿੱਤਾ ਸੀ। ਕੌਮ ਸੋਵਰਨ ਸੀ, ਧੋਖਾ ਹੋ ਰਿਹਾ ਸੀ, ਪਰ ਸਿੱਖ ਵੀ ਉਸ ਧੋਖੇ ਵਿੱਚ ਸ਼ਾਮਲ ਸਨ। ਚਨਾਰ ਦੇ ਕਿਲੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੀ ਕੈਦ ਹੋਈ ਮਹਾਰਾਣੀ ਜਦ ਆਪਣੇ ਸੈਨਿਕਾਂ ਨੂੰ ਕਹਿਣ ਲੱਗੀ ਕਿ ਮੈਂ ਕਿਲੇ ਵਿੱਚੋਂ ਜਾਣਾ ਚਾਹੁੰਦੀ ਹਾਂ, ਜੇ ਤੁਸੀਂ ਮੇਰੀ ਸਹਾਇਤਾ ਕਰੋ, ਉਹਨਾਂ ਨੇ ਕਿਹਾ ਨਹੀਂ, ਅਸੀਂ ਅੰਗਰੇਜ਼ ਸਰਕਾਰ ਦੇ ਵਫਾਦਾਰ ਹਾਂ। ਮਹਾਰਾਣੀ ਨੇ ਉਹਨਾਂ ਸੈਨਿਕਾਂ ਨੂੰ ਕਿਹਾ ਕਿ ਇੱਕ ਦਿਨ ਉਹ ਸੀ ਜਦ ਕੇਸਰੀ ਪਰਚਮ ਦੀ ਛਾਂ ਹੇਠ ਤੁਸੀਂ ਸਾਰੇ ਸੈਨਿਕ ਮਹਾਰਾਜਾ ਰਣਜੀਤ ਸਿੰਘ ਦੇ ਵਫਾਦਾਰ ਸੋ। ਅੰਗਰੇਜ਼ ਦੀ ਕਸਮ ਪੱਕੀ ਹੋ ਗਈ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੀ ਕਸਮ ਬੇਜਾਨ ਹੋ ਗਈ। ਸਿੱਖਾਂ ਨੇ ਆਪਣੀ ਸੋਚਣੀ ਨੂੰ ਬੰਦ ਕੀਤਾ। ਜਦ ਇੱਕ ਤੋਂ ਬਾਅਦ ਇੱਕ ਕਤਲ ਹੁੰਦਾ ਚਲਾ ਗਿਆ, ਜਦ ਕੰਠਿਆਂ ਸੋਨੇ ਦੇ ਰੁਪਿਆਂ ਦੇ ਢੇਰਾਂ ਨੇ ਮਹਾਰਾਜਾ ਖੜਕ ਸਿੰਘ ਨੂੰ ਕਤਲ ਕਰਵਾਇਆ, ਮਹਾਰਾਜਾ ਨੌਨਿਹਾਲ ਸਿੰਘ ਕਤਲ ਹੋਏ, ਮਹਾਰਾਜਾ ਸ਼ੇਰ ਸਿੰਘ ਕਤਲ ਹੋਇਆ। ਉਸ ਸਮੇਂ
सरदार ध्यान सिंह ने महाराणी जिंदा नूं सम्मण बुरज विच बुलाउण दा सुनेहा भेजिया। जद ये सुनेहा सिख फौजां दी बुरछागर्दी नूं देखदिआं उसने अनुमान लगाया कि ध्यान सिंह दी नीयत चंगी नहीं। उस समय मजबूरी दी हालत विच सिख राज दी महाराणी कुछ सिख सैनिकां दे अगे आके उसने अपना दुपट्टा सिटिया। जिस तरह पंथ दे दर्द लई कुरला रहे लीडर अज सिख कौम अगे दुहाई पाउंदे वेखे जाण। ओए रब दा वास्ता जे तुसीं एक प्लेटफार्म उत्ते इकट्ठे होण दा यतन करो, अपने पराए दी पहचान करो। महाराणी जिंदा ने सिख सैनिकां नूं कहा कि जे मेरी पत लुटनी आ, मैं महाराजा रणजीत सिंह दी महाराणी आ, फिर सिख सैनिको तुसीं लुटो, पर डोगरियां नूं सम्मण बुरज विच मेरी पत लुटण दी खुल ना दिओ। ये इतिहास है साडा। महाराजा आखिरी भी कतल होया, पर असां सबक ना सिखिया। 1946 दी शाम नूं ਉਹ ਹੁਕਮਰਾਨ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਸਾਂਭਿਆ, ਜਿਹੜੇ ਕਹਿੰਦੇ ਨੇ ਉਹ ਦੇਸ਼ ਦੀ ਏਕਤਾ ਆਜ਼ਾਦੀ ਤੇ ਅਖੰਡਤਾ ਲਈ ਖਤਰਾ ਨੇ, ਸਿੱਖ 14 ਅਗਸਤ 1947 ਦੀ ਸ਼ਾਮ ਨੂੰ ਇਹਨਾਂ ਨੂੰ ਪੁੱਛੋ ਕਿ ਕਿਹਨਾਂ ਨੇ ਹਿੰਦੁਸਤਾਨ ਦੀ ਤਕਸੀਮ ਨੂੰ ਕਬੂਲਿਆ। ਨਾ ਮਿਸਟਰ ਜਿਨਾਹ ਚਾਹੁੰਦਾ ਸੀ, ਲੇਕਿਨ ਨਾ ਸਿੱਖ ਚਾਹੁੰਦੇ ਸਨ ਜਿਨ੍ਹਾਂ ਨੇ ਵਿਰੋਧ ਕੀਤਾ। ਇਹ ਜਿਹੜਾ ਦੰਡ ਮਿਲਦਾ ਹੈ ਕਿ ਤੁਸੀਂ ਦੇਸ਼ ਵਿੱਚ ਵੀ ਤੜਪਦੇ ਹੋ, ਤੁਸੀਂ ਵਿਦੇਸ਼ ਵਿੱਚ ਵੀ ਤੜਪਦੇ ਹੋ, ਇਹ ਹੈ ਕਿ ਸਾਡੀ ਰਾਜਨੀਤਿਕ ਸੂਝ-ਬੂਝ, ਅਸੀਂ ਆਪਣੇ ਤੇ ਪਰਾਏ ਦੀ ਪਹਿਚਾਣ ਨਹੀਂ ਸਾਂ ਰੱਖਦੇ। ਇਹ ਦਿਨ ਸਾਨੂੰ ਉਹ ਸੂਝ-ਬੂਝ ਨੇ ਵਿਖਾਏ। ਜਦ ਐਮਰਜੈਂਸੀ ਦਾ ਮੋਰਚਾ ਲੱਗਿਆ, ਡਾਕਟਰ ਜਗਜੀਤ ਸਿੰਘ ਇੱਥੇ ਸਨ। ਇਹਨਾਂ ਨੇ ਯਤਨ ਕੀਤਾ ਕਿ ਕੋਈ ਸੁਨੇਹਾ ਮਿਲੇ, ਕੋਈ ਮੇਰੀ ਗੱਲ ਕਰੇ, ਲੇਕਿਨ ਪੰਥ ਦੀ ਬਦਕਿਸਮਤੀ ਹੈ ਕਿ ਅਸਾਂ ਕਦੇ ਕੋਈ ਗੱਲ ਸੰਜੀਦਗੀ ਨਾਲ ਦੁਨੀਆ ਵਾਲਿਆਂ ਨੂੰ ਦੱਸਣ ਦਾ ਯਤਨ ਨਹੀਂ ਕੀਤਾ। ਕਿਤਨੇ ਮੈਂਬਰ ਪਾਰਲੀਮੈਂਟ ਬੋਲੇ ਨੇ, ਉਹਨਾਂ ਸਾਰਿਆਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਹਿਊਮਨ ਰਾਈਟਸ ਲਈ ਅਸੀਂ ਦੁਨੀਆ ਭਰ ਦੀਆਂ ਕੌਮਾਂ ਨੂੰ ਆਪਣੇ ਵਰਗਾ ਸਮਝ ਕੇ ਉਹਨਾਂ ਲਈ ਫਾਈਟ ਕਰਦੇ ਹਾਂ। ਕਿਉਂ ਜੀ? ਸਮੱਸਿਆ ਹਿਊਮਨ ਰਾਈਟਸ ਦੀ ਹੈ। ਸਮੱਸਿਆ ਹੈ ਇੱਕ ਗੁੰਮ ਹੋਈ ਸੋਵਰੈਨਿਟੀ ਨੂੰ ਪ੍ਰਾਪਤ ਕਰਨ ਦੀ। ਤੁਸੀਂ ਆਪਣੇ ਕੰਧਿਆਂ ਤੇ ਨਾਂ ਲਿਖੇ ਹੋਏ ਨੇ। ਕੋਈ ਦੇਸ਼ ਮੰਗਣਾ, ਸੁਤੰਤਰਤਾ ਮੰਗਣੀ, ਆਜ਼ਾਦੀ ਮੰਗਣੀ, ਮਾਂ ਦੇ ਗਰਭ ਵਿੱਚੋਂ ਹਨੇਰੇ ਅੰਦਰੋਂ ਬਾਹਰ ਆਉਣ ਵਾਲਾ ਬੱਚਾ ਤੜਪੜਾਉਂਦਾ ਹੈ, ਔਰ ਇੱਕ ਪੰਛੀ ਆਲਣੇ ਵਿੱਚੋਂ ਉੱਡਦਾ ਹੈ ਤੇ ਕੱਖ ਇਕੱਠੇ ਕਰਦਾ ਤੇ ਆਲਣਾ ਬਣਾਉਂਦਾ ਹੈ। ਪਰ ਜਦ ਆਲਣੇ ਬਣਾਉਣ ਵਾਲੇ ਬਜ਼ਾਤੇ ਖੁਦ ਆਲਣਿਆਂ ਨੂੰ ਅੱਗ ਲਾਉਣ ਵਾਲਿਆਂ ਨਾਲ ਰਲ ਜਾਣ ਤੇ ਫਿਰ ਆਲਣੇ ਤੇ ਕੀ ਜੰਗਲਾਂ ਦੇ ਜੰਗਲ ਸੜ ਜਾਂਦੇ ਨੇ। ਜੋ ਕੁਝ ਸਿੱਖਾਂ ਨਾਲ ਵਾਪਰਿਆ ਉਹਦੇ ਵਿੱਚ ਅਸੀਂ ਕਿਤੇ ਕਿਤੇ ਖੁਦ ਵੀ ਸ਼ਾਮਲ ਹੋਏ। ਮਾਨਾ कि तबाही में कुछ हाथ है दुश्मन का, कुछ चाल क़यामत की, अपने भी तो चलते हैं। असी शामिल सां उस धोखेबाजी दे उस डंबर विच जिस अधीन असी हिंदुस्तान दी डेमोक्रेटिक सैटअप नूं समझण दा यतन न कीता। लैनन ने लिखिया, डेमोक्रेसी ऑफ द मेजोरिटी कम्युनिटी इज वर्स दैन डिक्टेटरशिप। डेमोक्रेसी उस गल दा नाम है जे हिंदुस्तान विच 15-20 करोड़ मुसलमान हुंदे, 15-20 करोड़ असी हुंदे, 15-20 करोड़ हिंदू भरा हुंदे, फिर उत्थे वोटां पैंदियां, राजनीतिक निर्णय हुंदे, मनदे कि देश विच डेमोक्रेसी है। लेकिन सिख लीडरां ने समय समय जो कुछ उन्होंने बोलिया उसनूं समझण दा यतन न कीता गया। बलराज मधोक जड़ जन संघ दा प्रेजिडेंट सी, उसने सहारनपुर विच एक तकरीर की कि असी हिंदुस्तान दियां 2 माइनॉरिटी कम्यूनिटीज़ नाल नजिठना चाहुंदे आ, सदा लई इन्हां नूं मुख धारा विच लियाउणा चाहुंदे आ, ते साडे कोले इक्को दस्तूर है कि मुसलमान नूं तलवार नाल ते सिख नूं विचार नाल असी मुख धारा विच लियाउणा है।
ਮੁੱਖ ਧਾਰਾ ਦਾ ਆਸਰਾ ਹੈ ਕਿ ਜਨੇਊ ਬ੍ਰਾਹਮਣ ਦਾ ਤੇ ਇੱਕ ਅੱਧੀ ਇੰਚ ਵਾਲੀ ਕਿਰਪਾਨ ਉਸ ਜਨੇਊ 'ਚ ਪਹਿਨ ਲਿੱਤੀ ਜਾਏ ਤਾਂ ਜੋ ਉਹ ਕਿਰਪਾਨ ਨਜ਼ਰ ਨਾ ਆਏ ਪਰ ਜਨੇਊ ਨਜ਼ਰ ਆਏ। ਅਸੀਂ ਆਪਣੀ ਆਇਡੈਂਟੀਟੀ ਨੂੰ ਗਵਾ ਦਈਏ। ਮੈਂ ਜੋ ਗੱਲਾਂ ਤੁਹਾਡੇ ਨਾਲ ਕਰ ਰਿਹਾ ਇਹੋ ਗੱਲਾਂ ਮੈਂ ਪੰਜਾਬ ਵਿੱਚ ਪੰਜਾਬ ਦੀ ਸਟੇਜ ਤੋਂ ਕੀਤੀਆਂ ਨੇ ਤੇ ਕਰ ਰਿਹਾ। ਕੋਈ ਨਵੀਂ ਗੱਲ ਨਹੀਂ ਕਿ ਮੈਂ ਤੁਹਾਡੇ ਦੇਸ਼ ਆ ਕੇ ਕੋਈ ਐਸੀ ਗੱਲ ਕਹਾਂ ਜਿਹੜੀ ਕਹਿਣ ਦੀ ਦਲੇਰੀ ਮੈਨੂੰ ਉਸ ਦੇਸ਼ ਵਿੱਚ ਨਾ ਹੋਵੇ। ਮੈਂ ਇਸ ਗੱਲ ਦੇ ਹੱਕ ਵਿੱਚ ਨਹੀਂ। ਮੈਂ ਬਰਮਲਾ ਇਹ ਗੱਲ ਕਹਿ ਰਿਹਾ ਕਿ ਜੇ ਹਿੰਦੁਸਤਾਨ ਦੀ ਡੈਮੋਕ੍ਰੈਟਿਕ ਸੈਟਅਪ ਨਾਲ ਮੈਜੋਰਿਟੀ ਕਮਿਊਨਿਟੀ ਦੀ ਹਕੂਮਤ ਦੇ ਬਾਵਜੂਦ ਹਿੰਦੁਸਤਾਨ ਵਿੱਚ ਹਿੰਦੂ ਰਾਸ਼ਟਰ ਦੀ ਸਥਾਪਨਾ ਚਾਹੁੰਦਾ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਹਿੰਦੁਸਤਾਨ ਦੇ ਇੰਗਲਿਸ਼ ਪ੍ਰੈਸ ਵਿੱਚ ਹਿੰਦੂ ਸਾਮਰਾਜ ਦੀ ਸਥਾਪਨਾ ਦਾ ਟੀਚਾ ਰੱਖ ਕੇ ਤੁਰ ਰਿਹਾ ਹੈ। ਫਿਰ ਕਿਹੜੀ ਦੁਨੀਆ ਦੀ ਤਾਕਤ ਹੈ ਕਿ ਜੇ 58 ਕਰੋੜ ਧਰਮ ਦੇ ਆਧਾਰ ਉੱਤੇ ਦੇਸ਼ ਦੁਬਾਰਾ ਬਣੇ, ਦੇਸ਼ ਦੀ ਰਾਜ ਬਣਤਰ ਬਣੇ, ਉੱਥੇ 1 ਕਰੋੜ ਵਸਣ ਵਾਲੀ ਕੌਮ ਜਿਹਦਾ ਘਰ ਪੰਜਾਬ ਹੈ ਉੱਥੇ ਉਸ ਨੂੰ ਸੋਵਰੇਨਿਟੀ ਨਾ ਮਿਲੇ, ਇਹ ਡੈਮੋਕ੍ਰੇਸੀ ਦੀ ਤੋਹੀਨ ਹੈ। ਇੱਕ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਸਾਨੂੰ ਸੈਲਫ ਡਿਟਰਮੀਨੇਸ਼ਨ ਦਾ ਅਧਿਕਾਰ ਹੋਣਾ ਚਾਹੀਦਾ ਹੈ, ਲੇਕਿਨ ਅਸੀਂ ਸਮਝ ਨਹੀਂ ਸਕੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ। ਉਸਨੇ 1946 ਤੋਂ ਪਹਿਲਾਂ ਜੋ ਗੱਲਾਂ ਬਾਅਦ ਵਿੱਚ ਕੀਤੀਆਂ, ਅਸੀਂ ਚਾਹ ਦੇ ਪਿਆਲੇ ਵਿੱਚ ਜਦ ਇੰਦਰਾ ਗਾਂਧੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ 1 ਚਮਚਾ ਚੀਨੀ ਦਾ ਪਾ ਕੇ ਘੋਲਿਆ, ਅਸੀਂ ਜੋ ਗੱਲ ਰਾਜਨੀਤਿਕ ਕਰਨ ਗਏ ਸਾਂ ਉਹ ਸਾਰੀ ਉਸ ਚਾਹ ਦੇ ਪਿਆਲੇ ਵਿੱਚ ਡੁਬੋ ਬੈਠੇ। ਪਰ ਜਦ ਵੀ ਕੋਈ ਆਇਆ, ਜਦ ਉਹਦੇ ਤੇ ਇਲਜ਼ਾਮ ਤਰਾਸ਼ੀਆਂ ਹੋਈਆਂ, ਅਸਾਂ ਉਹਦਾ ਪੱਖ ਨਾ ਪੂਰਿਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇੱਕ ਬਲਵਾਨ ਰਾਜ ਹੈ। ਏਸ਼ੀਆ ਦੀ ਸਭ ਤੋਂ ਬੜੀ ਫੌਜ ਉਸ ਕੋਲ ਹੈ। ਉਹਦੀਆਂ ਅੱਖਾਂ ਬੰਦ ਕਰਨ ਦੀ ਦੇਰ ਸੀ ਕਿ 10 ਸਾਲ ਵਿੱਚ ਰਾਜ ਸਮਾਪਤ ਹੋ ਗਿਆ। ਤੇ ਸਿੱਖਾਂ ਨੇ ਸਭਰਾਵਾਂ ਦੇ ਪਿੰਡ ਵਿੱਚ ਸ਼ਾਮ ਸਿੰਘ ਅਟਾਰੀ ਦੀ ਸ਼ਹੀਦੀ ਤੋਂ ਪਿੱਛੋਂ ਸਿੱਖ ਫੌਜਾਂ ਨੂੰ ਪਾਣੀ ਪਿਆਉਣ ਦੀ ਵੀ ਦਲੇਰੀ ਨਾ ਕੀਤੀ ਤੇ 10 ਸਾਲਾਂ ਦੇ ਅੰਦਰ ਅੰਦਰ ਗਾਤਰੇ ਦੀਆਂ ਕਿਰਪਾਨਾਂ ਕੁੱਜਿਆਂ ਵਿੱਚ ਪਹੁੰਚੀਆਂ ਤੇ ਕੁੱਜੇ ਜਿਹੜੇ ਸਨ ਉਹ ਧਰਤੀ ਵਿੱਚ ਦੱਬੇ ਗਏ। ਉਹ ਤਾਂ ਸੀ ਸੋਵਰਨ ਸਟੇਟ ਦੇ ਮਹਾਰਾਜਾ ਰਣਜੀਤ ਸਿੰਘ। ਲੇਕਿਨ ਇੱਕ ਫਕੀਰ ਉੱਠਿਆ, ਉਸਨੇ ਗੱਲ ਕੀਤੀ ਸਿੱਖਾਂ ਦੀ ਹਿੰਦੁਸਤਾਨ ਵਿੱਚ ਤੇ ਹਿੰਦੁਸਤਾਨ ਤਲਮਲਾ ਉੱਠਿਆ ਉਹਦਾ ਨਾਂ ਸੁਣ ਕੇ ਕਿ ਇਹ ਸੰਤ ਜਰਨੈਲ ਸਿੰਘ ਇੱਕ ਕ੍ਰਿਮੀਨਲ ਹੈ। ਲੇਕਿਨ ਸਾਰੀ ਦੁਨੀਆ 'ਚ ਕੋਈ ਇਨਕਲਾਬ ਨਾ ਆਇਆ। ਅਸਾਂ ਸੰਤ ਜਰਨੈਲ ਸਿੰਘ ਨੂੰ ਸਮਝਣ ਦਾ ਯਤਨ ਨਾ ਕੀਤਾ, ਲੇਕਿਨ 2 ਕਰੋੜ ਸਿੱਖਾਂ ਨਾਲੋਂ ਵੱਧ ਹਿੰਦੁਸਤਾਨ ਦੇ ਹੁਕਮਰਾਨਾਂ ਨੇ ਸਮਝਿਆ ਕਿ ਜੇ ਦਰਬਾਰ ਸਾਹਿਬ ਉੱਤੇ ਹਮਲਾਵਰ ਨਾ ਹੋਏ, ਇਹ ਮਹਾਤਮਾ ਦਰਬਾਰ ਸਾਹਿਬ ਦੇ ਘੇਰੇ ਵਿੱਚ ਬੈਠੇ ਰਹੇ, ਸਾਨੂੰ ਚਾਂਦੀ ਦੀ ਥਾਲੀ ਵਿੱਚ ਪਰੋਸ ਕੇ ਸਿੱਖਾਂ ਨੂੰ ਉਹ ਸੋਵਰੇਨਿਟੀ ਦੇਣੀ ਪਏਗੀ ਜਿਹੜੀ ਸੋਵਰੇਨਿਟੀ ਗਵਾ ਕੇ ਸੋਵਰੇਨਿਟੀ ਦੀ ਮੰਗ ਕਰਨ ਦੀ ਇਹ ਦਲੇਰੀ ਨਹੀਂ ਕਰ ਰਹੇ। ਅੱਜ ਸਾਡੇ ਸਾਹਮਣੇ ਨਹੀਂ, ਪਰ ਇੱਕ ਬਾਦਸ਼ਾਹ ਹੈ, ਉਹਦੇ ਚਲੇ ਜਾਣ ਤੋਂ ਬਾਅਦ 10 ਸਾਲਾਂ ਵਿੱਚ ਰਾਜ ਤੇ ਧਰਮ ਦੋਵੇਂ ਸਮਾਪਤ ਹੁੰਦੇ ਨੇ। ਪਰ ਸੰਤ ਜਰਨੈਲ ਸਿੰਘ ਅੱਖੋਂ ਓਲੇ ਹੋਏ ਨੇ, ਪਰ 10 ਸਾਲਾਂ ਵਿੱਚ ਜਿਨ੍ਹਾਂ ਨੇ ਨਹੀਂ ਵੇਖਿਆ ਉਹ ਮੰਗ ਕਰ ਰਹੇ ਨੇ ਕਿ ਸਾਨੂੰ ਸਾਡਾ ਦੇਸ਼ ਚਾਹੀਦਾ। ਹਿੰਦੁਸਤਾਨ ਦੀ ਭਾਸ਼ਾ ਵਿੱਚ ਦੇਸ਼ ਦੀ ਤਾਰੀਫ ਹੋਰ ਹੈ। ਹਿੰਦੁਸਤਾਨ ਦੇ 60 ਕਰੋੜ ਆਦਮ ਦੇਸ਼ ਨੂੰ ਭਾਰਤ ਮਾਂ ਮੰਨਦੇ ਨੇ, ਪਰ ਅਸੀਂ ਜਿਹੜੇ ਪੱਗਾਂ ਵਾਲੇ ਆ ਉਹ ਪੰਜਾਬ ਨੂੰ ਸਤਲੁਜ ਦੇ ਕੰਢਿਆਂ ਤੱਕ ਪਿਤਾ ਭੂਮੀ ਮੰਨਦੇ ਆ। ਇਸ ਗੱਲ ਦਾ ਜ਼ਿਕਰ ਜਸਟਿਸ ਗੁਰਨਾਮ ਸਿੰਘ ਨੇ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਨੂੰ ਲਿਖੇ ਹੋਏ ਖਤ ਵਿੱਚ ਕੀਤਾ ਹੈ। ਲੇਕਿਨ ਸਮੇਂ ਦੇ ਅਨੁਕੂਲ
ਅਸੀਂ ਇੱਕ ਗੱਲ ਵਲਾਇਤ ਵਿੱਚ ਆ ਕੇ ਪੜ੍ਹ ਨਾ ਸਕੇ ਕਿ ਯੂਨਾਈਟਿਡ ਵੀ ਸਟੈਂਡ ਡਿਵਾਈਡਡ ਵੀ ਫਾਲ। ਸਵਾਲ ਹਿਊਮਨ ਰਾਈਟਸ ਦਾ ਨਹੀਂ, ਸਵਾਲ ਹੈ ਇੱਕ ਖੁੱਸੀ ਹੋਈ ਸੋਵਰੈਨਿਟੀ ਦੇ ਪ੍ਰਾਪਤ ਹੋਣ ਦਾ, ਜਿਹੜਾ ਅਧਿਕਾਰ ਹਿੰਦੁਸਤਾਨ ਦੇ 60 ਕਰੋੜ ਇੱਕ ਧਰਮ ਨੂੰ ਹੈ, ਜਿਸ ਦੀ ਸੁਤੰਤਰਤਾ, ਸੁਰੱਖਿਅਤਾ, ਅਖੰਡਤਾ, ਆਜ਼ਾਦੀ ਲਈ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਕਿ ਜੋ ਕੁਝ ਤੁਸਾਂ ਲਿਆ ਅਸੀਂ ਉਹਦੇ ਵਿੱਚ ਹਿੱਸੇਦਾਰ ਹਾਂ, ਤੇ ਜਿਹੜੀ ਗੱਲ ਵਿੱਚ ਅਸੀਂ ਹਿੱਸੇਦਾਰ ਹਾਂ ਉਹਦੇ ਨਾਲ ਸੋਵਰੈਨਿਟੀ ਹੈ। ਤੁਸੀਂ ਕੋਈ ਗੁਨਾਹ ਨਹੀਂ ਕਰ ਰਹੇ, ਤੁਸੀਂ ਕੋਈ ਜ਼ੁਲਮ ਨਹੀਂ ਕਰ ਰਹੇ, ਤੁਸੀਂ ਕੋਈ ਧੱਕਾ ਨਹੀਂ ਕਰ ਰਹੇ, ਤੁਸੀਂ ਕੋਈ ਅਨਿਆਂ ਨਹੀਂ ਕਰ ਰਹੇ। ਅਸੀਂ ਉਹ ਨਹੀਂ ਆਏ ਸਤਲੁਜ ਦੇ ਪਾਸੇ ਕਿ ਵਾਗੇ ਦੀਆਂ ਹੱਦਾਂ ਅਸੀਂ ਉਹ ਟੱਪ ਆਏ ਕਿ ਸਾਡਾ ਦਿਲ ਕਰਦਾ ਸੀ, ਜਿਨ੍ਹਾਂ ਸਭ ਕੁਝ ਦਿੰਦਾ ਸੀ, ਜੋ ਕੁਝ ਇਹ ਨਹੀਂ ਸਨ ਦਿੰਦੇ। ਲੇਕਿਨ ਹਿੰਦੁਸਤਾਨ ਦੇ ਲੀਡਰਾਂ ਨੇ ਕਿਹਾ, ਜਿਹਦੇ ਵਿੱਚ ਮਹਾਤਮਾ ਗਾਂਧੀ ਸ਼ਾਮਲ ਹੈ, ਪੰਡਿਤ ਜਵਾਹਰ ਲਾਲ ਸ਼ਾਮਲ ਹੈ, ਸਰਦਾਰ ਪਟੇਲ, ਉਹਦੇ ਪਿਤਾ ਮੋਤੀ ਲਾਲ ਨਹਿਰੂ ਸ਼ਾਮਲ ਨੇ, ਕਿ ਤੁਸੀਂ ਸਾਡੇ ਨਾਲ ਹਿੰਦੁਸਤਾਨ ਵਿੱਚ ਰਹਿਣਾ ਮੰਨੋ, ਅਸੀਂ ਤੁਹਾਨੂੰ ਦੇਸ਼ ਦੇ ਉੱਤਰ ਵਿੱਚ ਇੱਕ ਸੁਤੰਤਰ ਖਿੱਤਾ ਦੇਵਾਂਗੇ। ਸੁਤੰਤਰ ਖਿੱਤੇ ਦਾ ਮਤਲਬ ਹੈ ਕਿ ਜਿਹੋ ਜਿਹਾ ਤੁਸੀਂ ਆਨੰਦ ਮਾਣੋਗੇ ਤੇ ਅਸੀਂ ਮਾਣਾਂਗੇ। ਅਸੀਂ ਕੋਈ ਸੰਵਿਧਾਨ ਨਹੀਂ ਬਣਾਵਾਂਗੇ ਜਿਹੜਾ ਸਿੱਖਾਂ ਨੂੰ ਪ੍ਰਵਾਨ ਨਹੀਂ ਹੋਏਗਾ। ਲੇਕਿਨ ਮਹਾਤਮਾ ਗਾਂਧੀ ਦੀ ਚਾਲ ਨੂੰ ਗੁਰਦੁਆਰਾ ਸੀਸਗੰਜ ਦੇ ਸੈਕਟਰੀ ਤਾਂ ਸਮਝ ਗਏ, ਲੇਕਿਨ ਅਕਾਲੀ ਦਲ ਦੇ ਪ੍ਰਧਾਨ ਨਾ ਸਮਝ ਸਕੇ। ਉਹਨਾਂ ਨੇ 1931 ਚ ਕਿਹਾ ਕਿ ਗਾਂਧੀ ਜੀ, ਜੋ ਕੁਝ ਤੁਸੀਂ ਕਹਿੰਦੇ ਹੋ, ਜੇ ਰਾਜ ਲੈਣ ਤੋਂ ਬਾਅਦ ਤੁਸੀਂ ਮੁੱਕਰ ਗਏ ਤੇ ਅਸੀਂ ਗਿਣਤੀ ਚ ਬੜੇ ਥੋੜੇ ਹੋਵਾਂਗੇ, ਸਾਡੇ ਨਾਲ ਧੋਖਾ ਹੋ ਜਾਏਗਾ, ਫਿਰ ਅਸੀਂ ਕੀ ਕਰ ਸਕਾਂਗੇ। ਉਸਨੇ ਕਿਹਾ, ਤਲਵਾਰ ਦਾ ਪ੍ਰਯੋਗ ਤੁਹਾਡਾ ਧਰਮ ਹੋਏਗਾ। ਤਲਵਾਰ ਤੋਂ ਮੁਰਾਦ ਕੱਲੀ ਤਲਵਾਰ ਨਹੀਂ, ਤਲਵਾਰ ਤੋਂ ਮੁਰਾਦ ਹੈ ਸ਼ਕਤੀ, ਸ਼ਸਤਰ, ਤੇ ਸ਼ਸਤਰ ਅਕਲ ਦਾ ਵੀ ਹੈ, ਸ਼ਸਤਰ ਦੂਸਰਾ ਵੀ ਹੈ। ਜੇ ਸਿੱਖਾਂ ਨੇ ਵਿਰੋਧ ਵਿੱਚ ਜਦ ਉਹਨਾਂ ਦੇ ਬੱਚੇ ਕਮਾਦਾਂ ਦੇ ਬੰਨਿਆਂ ਤੇ ਗੋਲੀਆਂ ਦਾ ਨਿਸ਼ਾਨਾ ਬਣ ਗਏ, ਜਦ ਬੁੱਢੀਆਂ ਮਾਵਾਂ ਤੜਪਦੀਆਂ ਥਾਣਿਆਂ ਅੱਗੇ ਜਾ ਖੜੋਤੀਆਂ, ਜਦ ਸਿੱਖ ਖਰੀਦੇ ਗਏ ਤੇ ਥਾਣੇਦਾਰਾਂ ਨੇ ਈਮਾਨ ਬਣਾ ਲਿਆ ਕਿ 25 ਬੱਚਿਆਂ ਦੇ ਕਤਲਾਂ ਤੋਂ ਬਾਅਦ ਮੈਂ ਐਸਪੀ ਹੋ ਸਕਦਾ, ਔਰ 50 ਬੱਚਿਆਂ ਦੇ ਕਤਲਾਂ ਤੋਂ ਬਾਅਦ ਮੈਂ DIG ਹੋ ਸਕਦਾ। ਹਿੰਦੁਸਤਾਨ ਦੀ ਸਰਕਾਰ ਨੇ ਜਦ ਈਮਾਨ ਖਰੀਦਿਆ, ਬੱਚੇ ਮਜਬੂਰ ਹੋ ਗਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੀ ਕਿਹਾ ਕਿ ਚੇ ਸ਼ੁੱਧ ਕੇ ਚੂੰ ਬਚਗਾ ਕੁਸ਼ਤਾਚਾਰ, ਕਿ ਬਾਕੀ ਬਮਾਂਦਸਤ ਪੇਚੀ ਦਾ ਮਾਰ, ਕਿ ਜੇ 4 ਬੱਚੇ ਸ਼ਹੀਦ ਹੋ ਗਏ ਕੀ ਹੋਇਆ, ਮੇਰਾ ਪੰਥ ਜੇ ਬਾਕੀ ਹੈ, ਕੁੰਡਲੀਆ ਸਭ ਬਾਕੀ ਹੈ। ਲੇਕਿਨ ਹਿੰਦੁਸਤਾਨ ਦੀ ਸਰਕਾਰ ਜਿਹੜੀ ਮੈਜੋਰਿਟੀ ਕਮਿਊਨਿਟੀ ਦੀ ਬਣੀ, ਜਿਹੜੀ ਬੋਲੀ ਉਹਨਾਂ ਨੇ ਸਮੇਂ ਬੋਲੀ, ਅਸੀਂ ਉਹਨੂੰ ਸਮਝ ਨਾ ਸਕੇ। ਮੈਂ ਪੁੱਛ ਸਕਦਾ ਕਿ ਜਰਮਨੀ ਤੁਹਾਡੇ ਸਾਹਮਣੇ 2 ਹੋਇਆ ਤੇ ਤੁਹਾਡੇ ਸਾਹਮਣੇ 1 ਹੋਇਆ। ਦੂਜੀ ਵੱਡੀ ਜੰਗ ਸਮੇਂ ਕੌਣ ਗੁਲਾਮ ਹੋਇਆ? ਹੀਰੋਸ਼ੀਮਾ ਤੇ ਨਾਗਾਸਾਕੀ ਉਜੜੇ, ਪਰ ਤੁਹਾਡਾ 150 ਸਾਲ ਤੋਂ ਲੈ ਕੇ ਅੱਜ ਤੱਕ ਤੁਸੀਂ ਜ਼ਬਰ ਦੇ, ਜ਼ੁਲਮ ਦੇ, ਅਨਿਆਏ ਦੇ ਸ਼ਿਕਾਰ ਹੁੰਦੇ ਚਲੇ ਆ ਰਹੇ ਹੋ, ਔਰ ਤੁਹਾਨੂੰ ਇੱਕ ਪਿੰਡ ਦੀ ਵੀ ਨੰਬਰਦਾਰੀ ਨਾ ਮਿਲੀ। ਕਸੂਰ ਕਿਸ ਦਾ ਹੈ? ਕਸੂਰ ਸਾਡੀ ਸੋਚ ਦਾ ਹੈ ਕਿ ਜਦ ਅਸੀਂ ਪੰਥ ਦਾ ਘਰ ਬਣਾਉਣ ਦੀ ਬਜਾਏ ਦੁਨੀਆ ਦੇ ਦੇਸ਼ਾਂ 'ਚ ਆ ਕੇ ਆਪੋ ਆਪਣੇ ਘਰ ਬਣਾਉਣ ਲੱਗ ਪਏ, ਜਦ ਅਸੀਂ ਦੁਨੀਆ ਦੀ ਦੌਲਤ ਤੇ ਉਹਦੇ ਚਮਤਕਾਰੇ ਦਾ ਸ਼ਿਕਾਰ ਹੋ ਗਏ, ਸਾਡੇ ਬੱਚਿਆਂ ਦੀ ਮੌਤ ਦੀ ਗਿਣਤੀ ਵੱਧ ਗਈ। ਅਸੀਂ ਸੰਗਦੇ ਰਹੇ, ਸ਼ਰਮ ਖਾਂਦੇ ਰਹੇ, ਲੇਕਿਨ ਇਹ ਗੱਲ ਲੋਕ ਸਭਾ ਵਿੱਚ ਜਾ ਕੇ ਕਹਿਣ ਦੀ ਦਲੇਰੀ ਨਾ ਕੀਤੀ। ਉਹ ਹਿੰਦੁਸਤਾਨ ਵਾਲਿਓ, ਅਸੀਂ ਉਹ ਕੁਝ ਚਾਹੁੰਦੇ ਆ ਜੋ ਕੁਝ ਤੁਸੀਂ ਸਾਨੂੰ ਮੁਰਦਾ ਲਾਸ਼ਾਂ ਬਣਾ ਕੇ, ਜੋ ਕੁਝ ਤੁਹਾਨੂੰ 47 ਵੇਲੇ ਕੁਰਬਾਨ ਕਰਕੇ ਜੋ ਕੁਝ ਤੁਸੀਂ ਲਿਆ ਸੀ, ਸਾਨੂੰ ਉਹਦੇ ਵਿੱਚ ਹਿੱਸੇਦਾਰ ਬਣਾਓ। ਅਸੀਂ ਨਾ ਕਹਿ ਸਕੇ। ਦਿੱਲੀ ਆਏ, ਜੇ ਚੀਫ ਮਿਨਿਸਟਰੀ ਮਿਲੀ, ਪੰਥ ਵੇਚਿਆ ਗਿਆ। ਜੇ ਗਵਰਨਰੀ ਮਿਲੀ, ਪੰਥ ਵੇਚਿਆ ਗਿਆ। ਜੇ ਸਾਨੂੰ ਕਿਸੇ ਨੇ ਐਡਵਾਈਜ਼ਰ ਬਣਾਇਆ, ਪੰਥ ਵੇਚਿਆ ਗਿਆ।
सरदार कपूर सिंह दी बोली विच पंथ कौडियां दे भाव विकदा रहा, लेकिन तुहाडे देश तो तुरे हुए मनुखां ने जे हिंदुस्तान नूं आज़ादी दवा दित्ती ते तुहानूं क्यों ना मिली? तुहानूं इस लई ना मिली कि सरकार दे लंबे हाथ तुहाडी सोच तक जा पहुंचे। बिना सोचे, बिना समझे, बिना किसी व्याख्या दे, बिना विचारां दे, बिना इतिहास के पन्ने पलटन दे असीं नौ निहाल सांग बाप पुत्र ते बन गए, लेकिन ये ना समझ सके कि महाराजा खड़क सिंह साडा बाप है ते मैं खालसे दे राज दा वारिस हां। वो मेरे बाप नूं किले च जहर दित्ती जा रही है, मेरा बाप है, असीं समझ ना सके। मैं पंजाब दे घेरे च लंबे समय तो जो कुछ तुहानूं कहंदा चला आ रहा। मैं 1969 विच एक गल लिखी सी पहले सफे ते कि एक समा ऐसा आएगा जद कांग्रेस सारे देश विच खड़ो के अपने वल्लों कीते गए अन्याय उत्ते विचार करेगी, पर समा खुंझ जाएगी क्योंकि कांग्रेस दियां अनीतियां, कांग्रेस दा इनजस्टिस, कांग्रेस दा रिप्रैशन सारा कुछ एक सॉवरन स्टेट नूं जन्म देगा। मैं 1969 च लिखिया सी। 1983 च मैं संत जरनैल सिंह जी की मौजूदगी विच ये गल कही सी कि हिंदुस्तान की ब्राह्मणी सोच नूं जो देश की हुक्मरान है उन्होंने समझण दा यतन अकाली लीडरां ने नहीं किया। हुण वो समा बड़ा नेड़े है जद हिंदुस्तान की ब्राह्मणवादी सरकार श्री हरमंदर साहब दे सोने नूं उतारेगी। तो मैं उस विच ये गल भी स्पष्ट की कि हिंदुस्तान दे इस मंदिर उत्ते हिंदुस्तान दा ब्राह्मण हमला आवर होएगा और साडी परिक्रमा विच नहीं देश भर विच साडा कतलेआम भी होएगा। क्यों? मुरारजी देसाई ने बतौर प्रधानमंत्री दे श्रोमणी गुरुद्वारा प्रबंधक कमेटी दे प्रधान सरदार गुरचरण सिंह टौड़ा नूं एक खत लिखिया कि सोने दा हिसाब दिओ ते दर्शनी ड्यूटी नाल लगे हुए दरवाजे जेड़े सोमनाथ दे मंदिर दे ने इन्हां नूं वापस मोड़न दे संबंध विच सानूं लिखो। जिन्हां दरवाजियां नूं हिंदुस्तान अपने समय विच वापस ना लिया सकिया, जेड़ा हिंदुस्तान दा हुक्मरान उस दरवाजे तक अख ले जांदा है ते हिंदुस्तान दे हुक्मरान नूं समझना चाहिदा सी कि दरवाजे तो अगां हरमंदर है और हरमंदर दी सुरक्षता लई और हरमंदर चों प्राप्त होए ज्ञान दे बलबोते उत्ते सॉवरेनिटी लई कि जे बणिया मां दे पेटों पैदा होने वाला बच्चा हिंदुस्तान दा प्रधानमंत्री बन सकता है, जे हिंदुस्तान दी सॉवरेनिटी उहदे लई है ते असीं पुछना चाहुंदे हां कि की साडे बच्चे कमादां अंदर झूठे पुलिस मुकाबलियां लई पैदा होए ने? की साडे सिरां दा मुੱਲ तुसीं कोई घट पा रहे हो? इत्थे फगवाड़े दे शेरा जी बैठे ने, मैं इन्हां मैनूं बस च मिले, ये कुट कुट सुजाए हुए सी ते बस चों उतरन दी इन्हां विच समर्था नहीं सी। मैं खुद हिंदुस्तान दी संसद भवन नूं उड़ाउण दे दोष विच, हिंदुस्तान दे एयरपोर्ट्स नूं उड़ाउण दे दोष विच 35 दिन दा CBI दा दिल्ली विच रिमांड कटिया, पर मैं तुहाडे कोल नहीं कहंदा। मैं हिंदुस्तान दी उस अदालत विच कहा कि स्टेट दे रिप्रैशन विचों जद भी कोई गल नवीं आउंदी है वो नवां देश आउंदा है। सिखां तो खालिस्तान बने ना बने, पर राजीव गांधी दा रिप्रैशन जिसनूं आउण वाले हर प्रधानमंत्री ने जारी रखना है, इस रिप्रैशन चों सिख सुतंत्र हो जाणगे ते देश दा ना खालिस्तान होएगा। लेकिन ये बदौलत एक महात्मा दी है कि 10 साल तो सानू नजर नहीं आ रहे, पर
ਜਿਨ੍ਹਾਂ ਨੇ ਉਹਨਾਂ ਨੂੰ ਵੇਖਿਆ ਨਹੀਂ ਉਹਨਾਂ ਵਿੱਚ ਨਜ਼ਰ ਆਉਂਦੇ ਨੇ ਜਿੰਨੀਆਂ ਕੇਸਰੀ ਪੱਗਾਂ ਵਾਲੇ, ਸਾਰੀਆਂ ਦਸਤਾਰਾਂ ਵਾਲੇ, ਸਫੈਦ ਨੇ, ਨੀਲੀਆਂ ਨੇ। ਜੇ ਤੁਹਾਡੇ ਹਿਰਦੇ ਵਿੱਚ ਉਸ ਮਹਾਤਮਾ ਲਈ ਇਸ਼ਕ ਨਾ ਹੋਵੇ, ਤੁਸੀਂ ਇਸ ਦੀਵਾਨ ਵਿੱਚ ਬੈਠ ਨਹੀਂ ਸੀ ਸਕਦੇ। ਇਸ ਦੀਵਾਨ ਵਿੱਚ ਬੈਠਣਾ, ਇਸ ਦੀਵਾਨ ਵਿੱਚ ਬੋਲਣਾ ਤੇ ਬੋਲਣ ਵਾਲੇ ਦਾ ਮੁੜ ਕੇ ਆਪਣੇ ਦੇਸ਼ ਜਾਣਾ ਗੱਲ ਸਧਾਰਨ ਨਹੀਂ। ਮੈਨੂੰ ਕੋਈ ਹਿੰਦੁਸਤਾਨ ਵਿੱਚ ਵੀ ਪੁੱਛੇ ਤੇ ਮੈਂ ਇਹ ਗੱਲ ਕਹਿਣ ਲਈ ਤਿਆਰ ਹਾਂ। ਮੈਂ 24 ਸਾਲਾਂ ਤੋਂ ਕਹਿੰਦਾ ਚਲਾ ਆਉਣਾ ਕਿ ਜਿਸ ਦਿਨ ਦੇਸ਼ ਵਿੱਚ ਸਿੱਖ ਇੱਕ ਦੂਜੇ ਨੂੰ ਦੋਸ਼ੀ ਗਰਦਾਨਣ ਤੋਂ ਹਟ ਜਾਣਗੇ, ਸਿੱਖਾਂ ਨੂੰ ਸਭ ਕੁਝ ਮਿਲ ਜਾਏਗਾ। ਬੜੀ ਛੋਟੀ ਕੌਮ ਹੈ 2 ਕਰੋੜ ਦੀ, ਤੇ 1 ਕਰੋੜ ਪੰਜਾਬ ਵਿੱਚ ਵਸਦੇ ਨੇ। ਉੱਥੇ ਵੀ ਮੰਗ ਰਹੇ ਨੇ, ਇੱਥੇ ਵੀ ਮੰਗ ਰਹੇ ਨੇ, ਪਰ ਸੁਰ ਨਹੀਂ ਮਿਲ ਰਹੀ। ਬਾਬਾ ਜੋਗਿੰਦਰ ਸਿੰਘ ਜੀ ਨੇ ਇੱਕ ਸਟੇਜ ਤੇ ਕਿਹਾ ਕਿ ਦਿੱਲੀ ਤਖਤ ਪਰ ਬਹੇਗੀ ਆਪ ਗੁਰਾਂ ਕੀ ਫੌਜ, ਪਰ ਉਸ ਬੁੱਢੇ ਬਜ਼ੁਰਗ ਨੇ ਆਪਣੇ ਪੁੱਤਰ ਕੋਲ ਦੀ ਜਦ ਉਹਦੀ ਚਿਖਾ ਨੂੰ ਅੱਗ ਲੱਗੀ, ਉਹਨੇ ਤੁਰਨ ਵੇਲੇ ਕਿਹਾ ਕਿ ਸੰਸਾਰ ਮੈਨੂੰ ਇਹ ਨਾ ਕਹਿ ਦੇਵੇ ਕਿ ਸੰਤ ਜਰਨੈਲ ਸਿੰਘ ਦਾ ਪਿਤਾ ਆਪਣੇ ਵੱਡੇ ਮੁੰਡੇ ਦੇ ਕਤਲ ਕੀਤੇ ਜਾਣ ਉੱਤੇ ਅੱਖਾਂ ਵਿੱਚ ਆਂਸੂ ਲਿਆ ਕੇ ਖੜਾ ਹੋਇਆ ਸੀ। ਦੋਸ਼ ਬੜੇ ਆਸਾਨ ਨੇ ਲਾਉਣੇ। ਦੋਸ਼ ਲੱਗਿਆ ਗੁਰੂ 6ਵੇਂ ਪਾਤਸ਼ਾਹ ਤੇ, ਜਹਾਂਗੀਰ ਦੀ ਨੌਕਰੀ ਕਰ ਲਿੱਤੀ। ਕੋਈ ਇਤਿਹਾਸ ਦਾ ਪੰਨਾ ਐਸਾ ਨਹੀਂ ਜਦ ਅਸੀਂ ਆਪਣਿਆਂ ਉੱਤੇ ਦੋਸ਼ ਲਾਉਣ ਤੋਂ ਕਦੀ ਸੰਕੋਚ ਕਰਨ ਦਾ ਯਤਨ ਕੀਤਾ ਹੋਵੇ। ਮੈਂ ਇੱਥੇ ਨਹੀਂ ਸਾਂ ਆ ਸਕਦਾ। ਮੈਂ ਹਿੰਦੁਸਤਾਨ ਦੇ ਰਾਸ਼ਟਰਪਤੀ ਨੂੰ ਲਿਖਿਆ ਕਿ ਜੇ ਮੈਨੂੰ ਪਾਸਪੋਰਟ ਨਹੀਂ ਮਿਲ ਸਕਦਾ, I will surrender the citizenship of this country to before you। मैं हिंदुस्तान की नागरिकता सरेंडर कर दियांगा। पासपोर्ट मेरा राइट है। जिन्नी देर मैं इस देश विच जिउना, जे मैनू पासपोर्ट नहीं मिलता मैं देश का शहरी नहीं। जे मैं ये गल ना कहता मैनू पासपोर्ट नहीं सी मिलता। पर जे मैनू श्री अकाल तख्त साहब के जथेदार सिंह साहब भाई जसबीर सिंह जी ना कहते कि तुसीं जरूर जाओ और उन्हां सिखां अगे हथ जोड़ो कि रब दा वास्ता है कि पंजाब के हर बन्ने उत्ते किते मां दी लाश है, किते भैन दी लाश है, किते पिता दी लाश है। थाने वालियां नूं ये नहीं कहते कि पुत्र वापस कर दिओ। थाने वालियां नूं कहने हो सानूं दस ते दिओ, जे साडा पुत्र झूठे मुकाबले च मार दिता है असीं ओहदे लई आखिरी एक समागम ते करके वेख लईए। एकता जे नहीं होएगी ते फिर संसार दे लोग तुहाडे कम नहीं आ सकते। जे तुहाडीआं लत्तां विच जोर नहीं ते दुनिया वाले तुहानूं किवें खड़े कर देणगे। अगर खुद आदमी कोहसार की अजमत नहीं रखता, हवादत से बचा सकती नहीं दीवार पत्थर की। जे जिगरा वड्डा नहीं, जे लत्तां विच जोर नहीं, जे दिमाग विच सोच नहीं, फिर किवें मुल्क बना लओगे, किथे बना लओगे। सरदार मान अकाली दल दे प्रधान ने तुसां वेख ही लिया होना है, किते बादल किते बरनाला, क्यों बई उन्हां नाल चढ़न वाले मुसलमान ने, उन्हां नाल जकारे लाउण वाले पाकिस्तानों आए ने। जेड़े जेड़े उठ के खड़ोते वो किन्हां दे सुपने साकार कर रहे ने। आ मैंबर पार्लीमेंट बोल के गए ने कि जे तुसी कहना चाहुंदे हो इलैक्टेड हाउस विच भी गल कहो। इलैक्टेड हाउस केड़ा असैंबली है? इलैक्टेड हाउस केड़ा हिंदुस्तान दी लोक सभा है। लोक सभा विच असीं ना जाण दी भुल कीती। असीं हिंदुस्तान दी लोक सभा विच जांदे बतौर प्रधान कहंदे कि मैं अज आया हिंदुस्तान दे 80 करोड़ लोगों के प्रतिनिधियों अगे और मैं स्पष्ट करना चाहना कि सानू नाल लियाउण वालियां ने भरोसे दिते और वो मुकरे। जिवें मिस्टर जिन्ना ने कहा सी कि गांधी नू जद गांधी ने इतराज किया कि कोई दिल की गल दसते सही, उस वेले ने कहा गांधी तू बड़ा कपटी आदमी है। मैं एक ही गल कहना कि इंडिया डिवाइडेड और इंडिया डिस्ट्रॉयड।
या तकसीम करो या तबाह हो जाओ। लेकिन असां ते दलेरी कोई ना कीती। किताब पढ़न नूं असां अपना अमल च ना लियांदा। असीं केवल जज्बाती हो के जे साडे समागम विच दो हिंदू भरा बैठे साडियां तकरीरां बदलियां, साडे निशाने बदले, साडे प्रस्ताव बदले। अज दा इह समागम जो तुसीं कर रहे हो, मैं इत्थे तुहाडे मैंबर पार्लीमेंट्स भी आए ने। 1946 विच एक किताब लिखी गई है, पंजाब बिलोंग्स टू द सिक्स। ਉਹਦੇ ਵਿੱਚ उस राइटर ने लिखिया कि मैं अंग्रेज नूं एक गल कहनी चाहुंदा कि तू सदा लई हिंदुस्तान चों जा रहे हैं। तू 1849 च धोखे नाल सिखां कोलों राज लिया सी। तेरे ਲਈ कोई गल शोभदी है कि यू मस्ट सुरेंडर दिस स्टेट टू द राइटफुल ओनर्स ऑफ द पंजाब। राइटफुल ओनर्स उन्हें इन ब्रैकेट लिखिया 6। असीं पंजाब दे वारिस हां और हिंदुस्तान नूं स्पष्ट करदे हां कि हिंदुस्तान केवल एक वजूद है, वो धर्मी नहीं। हिंदुस्तान एक वजूद है, वो पोलीटिकल नहीं। जे हिंदुस्तान धर्मी हुंदा तां जिस धर्म ने बचाया सी उहनूं सुरक्षित करदा। अगर हिंदुस्तान पोलीटिकल हुंदा वो सिखां नाल पोलीटिकल डिसीजनस लैंदा और जो उन्हें भरोसे दिते सी सिखां नूं इह स्टेट सॉवरन रूप विच वापस करदा। पर ऐसी गल हो नहीं सकी। जे कौम फ्रीडम चाहुंदी है, सॉवरैनिटी चाहुंदी है, फिर तुसीं अपने ते पराए दी पहचान करो। जे गल पंजाब अंदर खड़ो के असीं दलेरी नाल नहीं कर सकदे ते दुनिया दे समुद्रां दे कंढियां उत्ते खड़ो के ਜਿਹੜੀ ਗੱਲ ਅਸੀਂ ਕਹਾਂਗੇ ਸੰਸਾਰ नहीं सुनेगा। गुरु गोबिंद सिंह इंग्लैंड विच नहीं आए, पर ਜਿਹੜੀ ਗੱਲ ਉਹਨਾਂ ਨੇ ਕੀਤੀ ਉਹਦਾ ਨਤੀਜਾ ਹੈ ਕਿ ਆਪਾਂ ਸੋਵਰੇਨਿਟੀ ਡਿਮਾਂਡ ਕਰ ਰਹੇ ਹਾਂ। ਲੇਕਿਨ ਤੁਸੀਂ ਆਪਣੇ ਇਤਿਹਾਸ ਨੂੰ ਪੜੋ, ਤੁਹਾਨੂੰ 40 ਸਾਲ ਤੋਂ ਵੱਧ ਦਾ ਸਮਾਂ ਨਹੀਂ ਮਿਲਿਆ ਚੰਗਾ। ਮਿਸਲਾਂ ਦੇ ਵੇਲੇ ਬਾਬਾ ਬੰਦਾ ਦਾ ਬਹੁਤ ਥੋੜਾ ਸਮਾਂ ਮਹੀਨਿਆਂ 'ਚ। ਮਹਾਰਾਜਾ ਰਣਜੀਤ ਸਿੰਘ ਦਾ ਸਮਾਂ 39 ਵਰੇ। ਉਹ ਤੋਂ ਬਾਅਦ 150 ਸਾਲ ਤੋਂ ਅਸੀਂ ਹਿੰਦੁਸਤਾਨ ਦੇ ਗਲੀਆਂ ਬਾਜ਼ਾਰਾਂ 'ਚ ਧੱਕੇ ਖਾਂਦੇ ਚਲੇ ਆ ਰਹੇ ਹਾਂ। क्योंकि जिस शहर विच भी, जिस पिंड विच भी, जिस धरती उत्ते खड़ोते उत्थे असीं 15 सिख सां ते 15 साडे धड़े सन। ये सानू लैके गल बैठ गई। जो कुछ हिंदुस्तान चाहुंदा तुहानू कुटण वास्ते वो सब कुछ असीं मुहैया कर रहे हैं। असीं लीडर नूं लीडर मनण नूं तैयार नहीं, जथेदार नूं जथेदार मनण नूं तैयार नहीं। कितनी हैरानी दी गल है जे मैं एक गुंबद ते चढ़ के कह दियां कि मैं हिंदुस्तान की सोवरेनिटी चों हिस्सेदार हाँ ते पंजाब चाहना, तो दिल्ली बड़ी दूर है। किसी ने लिखा दिल्ली के संबंध विच कि इस मौसम में दिल्ली की हवा कुछ और कहती है, निगाह कुछ और कहती है, जुबान कुछ और कहती है। तुसी दिल्ली नूं समझ नहीं सके, ते जे दिल्ली नूं समझ जांदे ते हिंदुस्तान तुहाडे कदमां 'च पिया हुंदा। हिंदुस्तान ने समझिया संत जरनैल सिंह जी नूं। संत जरनैल सिंह दे नां नाल, परिवार नाल, सरकार नाल हिंदुस्तान नूं बड़ी दुश्मनी है। जेड़े बंदे विच संत जरनैल सिंह नजर आएगा वो संत जरनैल सिंह दा पिता होवे, पुत्र होवे, भतीजा होवे, सिख होवे, हिंदुस्तान नहीं उन्हें छड़ेगा। ते हिंदुस्तान नूं असीं समझ ना सके, नतीजा की निकलिया कि असीं यूपी दे भईयां वांगू जिन्नियां पतीलियां उन्ने चुल्हे। बड़ा खूबसूरत सी उत्तर प्रदेश का इलाका, लेकिन 1857 के गदर विच अपनाई हुई पहुंच कारण वो अज सारे हिंदुस्तान च दिहाड़ियां करते फिरदे ने। सिखां दा समां आउण वाला चंगा नहीं और सुतंत्रता दा मुल प्रस्ताव नहीं होया करदे। दुनिया च हर वस्तु का मुल है ते राज का मुल है सिर, जे सियाणप नाल देना आ जाए। सिर मुल है जे सिर देण दा वल आ जाए। मूर्खता नाल तुसी 2 करोड़ सिर दे दिओ, कौन पुछदा? हिंदुस्तान की सरकार नूं पंजाब कब्जे विच रखण लई
जे 60 ਲੱਖ ਸਿੱਖ 40 ਲੱਖ ਹਿੰਦੂ ਮਰਵਾਉਣੇ ਪੈਣ ਉਹਨਾਂ ਨੂੰ ਸੌਦਾ ਕੋਈ ਮਹਿੰਗਾ ਨਹੀਂ। ਇੰਨੀ ਦੁਨੀਆ ਉੱਥੇ ਭੁੱਖ ਦੇ ਮਾਰੇ ਮਰ ਰਹੀ ਹੈ, 20 ਲੱਖ ਹੋਰ ਮਰ ਜਾਏਗਾ ਤਾਂ ਕੀ ਹੈ। ਅਸੀਂ ਗਲਤ ਗੱਲਾਂ ਹਿੰਦੁਸਤਾਨ 'ਚ ਕਰਦੇ ਰਹੇ, ਪੋਲੀਟੀਕਲੀ ਕੋਈ ਗੱਲ ਨਹੀਂ ਕੀਤੀ। ਅਸੀਂ ਹਿੰਦੁਸਤਾਨ ਲਈ ਜੀ ਅੰਨ ਪੈਦਾ ਕਰਦੇ ਹਾਂ, ਕਰੀ ਜਾਓ। ਅਸੀਂ ਹਿੰਦੁਸਤਾਨ ਦੀ ਰਾਖੀ ਕਰਦੇ ਹਾਂ, ਆਪਾਂ ਘਰਾਂ ਚੌਕੀਦਾਰ ਰੱਖਦੇ ਹਾਂ ਤੇ ਕਰੀ ਚੱਲੋ। ਪਰ ਜੋ ਚੀਜ਼ ਮੰਗਣੀ ਚਾਹੀਦੀ ਸੀ ਅਸੀਂ ਉਹਨੂੰ ਵਲ ਫੇਰ ਪਾ ਕੇ ਮੰਗਿਆ। ਪਰ ਅਜੇ ਤੱਕ ਇੱਕ ਸੋਚ ਚੱਲ ਰਹੀ ਹੈ ਹਿੰਦੁਸਤਾਨ 'ਚ। ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਕਾਂਗਰਸੀ, ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਾਂਗਰਸੀ, ਲਾਲ ਬਹਾਦਰ ਸ਼ਾਸਤਰੀ ਕਾਂਗਰਸੀ, ਮੁਰਾਰਜੀ ਦੇਸਾਈ ਕਾਂਗਰਸੀ, ਸ਼੍ਰੀ ਚੰਦਰ ਸ਼ੇਖਰ ਵੀ ਕਾਂਗਰਸੀ ਨੇ। ਕੀ ਹੋਇਆ ਜੇ ਉਹਨਾਂ ਦੇ ਦਿਲ 'ਚ ਥੋੜਾ ਜਿਹਾ ਆਪਣੇ ਲਈ ਥਾਂ ਹੈ? ਹਨ ਕਾਂਗਰਸੀ। ਜੇ ਜਨਤਾ ਪਾਰਟੀ ਦੀ ਸਰਕਾਰ ਨਾ ਬਣੇ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਜਾਏ ਤੇ ਫਿਰ ਇੱਕ ਗੱਲ ਦਾ ਪੱਕਾ ਯਕੀਨ ਸਮਝਿਓ ਕਿ ਫਿਰ ਜੱਗੋਂ 13ਵੀਂ ਹੋਏਗੀ ਪੰਜਾਬ ਵਿੱਚ। ਕਾਂਗਰਸ ਤਾਂ ਬਣ ਜਾਏ, ਬੜੀ ਜ਼ਾਲਮ ਸਰਕਾਰ ਬਣੇਗੀ। ਇਸ ਲਈ ਜ਼ਰੂਰੀ ਹੈ ਕਿ ਅਸੀਂ ਉਹਨਾਂ ਦੀ ਹੁਕਮਰਾਨ ਸੋਚ ਨੂੰ ਸਮਝਣ ਦਾ ਯਤਨ ਕਰੀਏ, ਆਪਣਿਆਂ ਨੂੰ ਆਪਣੇ ਪਰਾਇਆਂ ਨੂੰ ਪਰਾਏ ਮੰਨੀਏ। ਜਦ ਅਸੀਂ ਸਮਝਣ ਦਾ ਯਤਨ ਨਹੀਂ ਕਰਦੇ ਤੇ ਫਿਰ ਸਤਿਗੁਰੂ ਦੇ ਖੈਮੇ ਤੱਕ ਵੀ ਕੋਈ ਖੰਜਰ ਮਾਰਨ ਵਾਲਾ ਪਹੁੰਚ ਜਾਂਦਾ ਹੈ। ਸਮਝਣ ਦਾ ਯਤਨ ਕਰੋ ਇਤਿਹਾਸ ਨੂੰ। ਜੇ ਹੁਕਮਰਾਨ ਬਣਨਾ ਚਾਹੁੰਦੇ ਹੋ ਤੇ ਇੱਕ ਧੱਕੇ ਨਾਲ ਨਹੀਂ ਬਣ ਸਕੋਗੇ, ਸਿਰ ਜ਼ਰੂਰ ਦੇਣੇ ਪੈਂਦੇ ਨੇ। ਹਿੰਦੁਸਤਾਨ ਦਾ ਹਿੰਦੂ ਭਰਾ ਸ਼ਾਤਰ ਸੀ। ਲਾਲਾ ਹਰਦਿਆਲ ਐਮਏ ਆਏ, ਤੁਸੀਂ ਕਾਮਾ ਗਾਟਾ ਮਾਰੂ ਜਹਾਜ਼ ਤੇ ਮਾਰ ਜਥਿਆਂ ਦੇ ਜਥੇ ਲੈ ਕੇ ਤੁਰੇ ਰਹੇ। ਪਰ ਮੈਂ ਤੁਹਾਨੂੰ ਇੱਕੋ ਹੀ ਗੱਲ ਪੁੱਛਣੀ ਚਾਹੁੰਦਾ ਕਿ ਵਿਦੇਸ਼ਾਂ ਚੋਂ ਜਥੇ ਤੋਰਨ ਵਾਲਾ ਕੋਈ ਹਿੰਦੂ ਨੀਤੀਵਾਨ ਹਿੰਦੁਸਤਾਨ ਦੀ ਫਾਂਸੀ ਤੇ ਲਟਕਿਆ? ਕੋਈ ਇੱਕ ਦੱਸ ਦਿਓ। ਕੋਈ ਨਹੀਂ ਲਟਕਿਆ। ਉਹਨੇ ਭਾਣ ਲੈ ਕੇ ਲਟਕਣ ਵਾਲੇ ਆ ਨੇ। ਮੈਂ ਤੁਹਾਨੂੰ ਇਹ ਨਹੀਂ ਕਹਿਣਾ ਜਥੇ ਲੈ ਕੇ ਤੁਰਿਓ, ਤੇ ਨਾ ਮੈਂ ਪਾਉਂਡ ਤੇ ਨਾ ਮੈਂ ਤੁਹਾਡੇ ਕੋਲੋਂ ਕੋਈ ਸਿੱਕੇ ਇਕੱਠੇ ਕਰਨ ਆਇਆ। ਪਰ ਮੈਂ ਤੁਹਾਡੇ ਵਿਚਾਰਾਂ ਵਿੱਚ ਇੱਕ ਉਹ ਗੱਲ ਕਹਿਣ ਲਈ ਜ਼ਰੂਰ ਆਇਆ ਕਿ ਜੇ ਤੁਸੀਂ ਇਸੇ ਤਰ੍ਹਾਂ ਹੀ ਆਪੋ ਆਪਣੇ ਕੰਮ ਕਰਦੇ ਰਹੇ, ਆਪੋ ਆਪਣੇ ਨਾਅਰੇ ਦਿੰਦੇ ਰਹੇ, ਫਿਰ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਦੇ ਕਾਤਲ ਤੇ ਸੰਤ ਜਰਨੈਲ ਸਿੰਘ ਦੇ ਦੁਸ਼ਮਣ ਬਣਾਂਗੇ ਆਪਾਂ। ਇਹ ਗੱਲ ਬੜੀ ਸਾਫ਼ ਹੈ, ਬੜੀ ਸਪਸ਼ਟ ਹੈ। ਉਹ ਪਿਤਾ ਕਤਲ ਹੋ ਜਾਂਦਾ ਹੈ ਜਿਹਦਾ ਇੱਕ ਪੁੱਤ ਉੱਠ ਕੇ ਦੁਸ਼ਮਣਾਂ ਦੇ ਨਾਲ ਜਾ ਰਲੇ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਉਂ ਗਿਆ? ਕਿਉਂਕਿ ਉਹ ਡੋਗਰਿਆਂ ਦੇ ਹੱਥ ਚੜੇ। ਇਸ ਲਈ ਅੰਤ ਵਿੱਚ ਮੈਂ ਤੁਹਾਡਾ ਬਹੁਤ ਰਿਣੀ ਹਾਂ ਔਰ ਮੈਂ ਇੱਕੋ ਹੀ ਗੱਲ ਚਾਹੁੰਦਾ ਕਿ ਦੋਸ਼ਾਂ ਦੀ ਦੁਨੀਆ ਚੋਂ ਮੁਕਤ ਹੋਣ ਦਾ ਯਤਨ ਕਰੋ। ਦੋਸ਼ਾਂ ਦੇ ਦੇਸ਼ ਵਿੱਚੋਂ ਉੱਠੇ ਤੇ ਦੋਸ਼ਾਂ ਦੀ ਨਵੀਂ ਦੁਨੀਆ ਵਸਾ ਲਈ। ਜਿਤਨੀ ਦੇਰ ਦੇਸ਼ਾਂ ਦੇ ਅੰਬਾਰ, ਦੂਸ਼ਣਾਂ ਦੇ ਅੰਬਾਰ ਤੁਹਾਡੇ ਪੈਰਾਂ ਹੇਠ ਨਹੀਂ ਖਤਮ ਹੋਣਗੇ, ਸੁਤੰਤਰਤਾ ਤੁਹਾਡੇ ਘਰ ਦੀ ਦਹਲੀਜ਼ ਤੱਕ ਨਹੀਂ ਪਹੁੰਚੇਗੀ। ਅੰਤ ਵਿੱਚ ਮੈਂ ਆਪ ਸਾਰਿਆਂ ਦਾ ਰਿਣੀ ਹਾਂ ਸਵਾਸ ਕਿ ਤੁਸੀਂ ਮੇਰੇ ਵਿਚਾਰ ਸੁਣੇ। ਸਮਾਂ ਬੜਾ ਥੋੜਾ ਹੈ, ਸਮੱਸਿਆ ਬੜੀ ਲੰਮੀ ਹੈ। ਮੈਂ ਆਪ ਜੀ ਨੂੰ ਦੋਵੇਂ ਹੱਥ ਜੋੜ ਕੇ ਸੰਤ ਜਰਨੈਲ ਸਿੰਘ ਜੀ ਦੇ ਪੂਜਨੀਕ ਪਿਤਾ ਬਾਬਾ ਜੋਗਿੰਦਰ ਸਿੰਘ ਜੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਜੀ, ਉਹ ਪੁਰਸ਼ ਕੁਛ ਨਹੀਂ ਲੈ ਕੇ ਗਿਆ, ਲੇਕਿਨ ਉਸ ਨੇ ਕੁਦਮ ਕੀਤਾ ਕਿ ਮੈਂ ਤੁਹਾਡੇ ਤੱਕ ਪਹੁੰਚਾਂ। ਮੈਂ ਕਦੇ ਕੈਦ ਨੂੰ ਆਪਣੀ ਆਤਮਾ ਤੇ ਬੋਝ ਨਹੀਂ ਮੰਨਿਆ। ਮੈਂ ਆਪਣੇ ਬੱਚੇ ਤੇ ਜ਼ੁਲਮ ਹੁੰਦਾ ਆਪ ਵੇਖਿਆ। ਸਰਕਾਰ ਦੀ ਮਨਸ਼ਾ ਸੀ ਕਿ ਮੈਂ ਲਿਖਣਾ ਵੀ ਛੱਡਾਂ ਤੇ ਬੋਲਣਾ ਵੀ ਛੱਡਾਂ, ਪਰ ਮੈਨੂੰ ਤੁਹਾਡੇ ਦੇਸ਼ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਮਿਹਰ ਕੀਤੀ, ਕਿਰਪਾ ਕੀਤੀ, ਬਖਸ਼ਿਸ਼ ਕੀਤੀ ਕਿ ਇੱਕ ਐਸੇ ਦੇਸ਼ ਵਿੱਚ ਲਿਆਂਦਾ ਹੈ ਜਿੱਥੋਂ ਦੀ ਹਰ ਇੱਟ ਸਾਨੂੰ ਇਤਿਹਾਸ ਦਾ ਕੋਈ ਨਵੀਂ ਸੇਧ ਦੇ ਸਕਦੀ ਹੈ, ਸਬਕ ਪੜ੍ਹਾ ਸਕਦੀ ਹੈ। ਉਹਨਾਂ ਸਾਰਿਆਂ ਵੱਲੋਂ ਆਪ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।